ਅਧਿਆਇ 6 ਬੀਤੇ ਤੋਂ ਖਹਿੜਾ ਛੁਡਾਉਣਾ। ਬਿਹਤਰ ਭਵਿੱਖ ਬਣਾਉਣ ਤੋਂ ਪਹਿਲਾਂ ਤੁਹਾਨੂੰ ਆਪਣੀਆਂ ਬੀਤੇ ਸਮੇਂ ਦੀਆਂ ਪੀੜਾਂ ਤੋਂ ਖਹਿੜਾ ਛੁਡਾਉਣਾ ਪੈਣਾ ਹੈ ਜਿਨ੍ਹਾਂ ਨੇ ਤੁਹਾਨੂੰ ਬੰਧਕ ਬਣਾਇਆ ਹੋਇਆ ਹੈ। ਇੱਕ ਵਾਰ ਅਸਫਲ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਹਮੇਸ਼ਾ ਅਸਫਲ ਹੋਵੋਗੇ। ਆਪਣੇ ਬੀਤੇ ਤੋਂ ਸਿੱਖੋ ਜ਼ਰੂਰ, ਪਰ ਇਸ ਨੂੰ ਆਪਣੇ ਅਤੇ ਆਪਣੇ ਸੁਪਨਿਆਂ ਦਰਮਿਆਨ ਅੜਿੱਕਾ ਨਾ ਬਣਨ ਦਿਓ। ਸਭ ਤੋਂ ਪਹਿਲਾਂ ਆਪਣੀ ਤਾਕਤ ਨੂੰ ਸਹੀ ਪਾਸੇ ਲਾਉਣ ਦੀ ਗੱਲ ਹੈ। ਜੇ ਤੁਸੀਂ ਇੱਕ ਵਾਰ ਅਸਫਲ ਹੋ ਗਏ ਅਤੇ ਫਿਰ ਉਸੇ ਉੱਪਰ ਧਿਆਨ ਲਾਈ ਰੱਖਦੇ ਹੋ ਤਾਂ ਤੁਸੀਂ ਇੱਕ ਵੱਖਰਾ ਭਵਿੱਖ ਜਾਂ ਵਰਤਮਾਨ ਨਹੀਂ ਬਣਾ ਸਕਦੇ। ਆਪਣੀ ਤਾਕਤ ਨੂੰ ਮੋੜਾ ਦੇਣਾ ਸਿੱਖੋ ਅਤੇ ਅੱਗੇ ਵਧਣ ਲਈ ਸੋਚਣਾ ਸ਼ੁਰੂ ਕਰੋ। ਪਾਣੀ ਇਸ ਦੀ ਬਿਹਤਰੀਨ ਮਿਸਾਲ ਹੈ। ਦਰਿਆ ਇੱਕ ਦਿਸ਼ਾ 'ਚ ਵਗਦਾ ਹੈ ਅਤੇ ਜਾ ਕੇ ਸਮੁੰਦਰ 'ਚ ਸਮਾ ਜਾਂਦਾ ਹੈ, ਪਰ ਜੇ ਤੁਸੀਂ ਪਾਣੀ ਨੂੰ ਵੱਖਰੀ ਦਿਸ਼ਾ 'ਚੋਂ ਮੋੜ ਦਿੰਦੇ ਹੋ ਤਾਂ ਤੁਸੀਂ ਜ਼ਮੀਨ ਨੂੰ ਜ਼ਰਖੇਜ਼ ਬਣਾ ਸਕਦੇ ਹੋ ਅਤੇ ਪਾਣੀ ਨੂੰ ਕਈ ਤਰ੍ਹਾਂ ਦੇ ਫਾਇਦਿਆਂ ਲਈ ਵਰਤੋਂ 'ਚ ਲਿਆ ਸਕਦੇ ਹੋ। ਜੇ ਤੁਸੀਂ ਆਪਣੀ ਤਾਕਤ ਨੂੰ ਪੋਜ਼ਿਟਿਵ ਪਾਸੇ ਮੋੜ ਦਿੰਦੇ ਹੋ ਤਾਂ ਤੁਸੀਂ ਆਪਣੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਸਕਦੇ ਹੋ। ਬੀਤੇ ਦੀ ਸਫਲਤਾ ਨੂੰ ਚੇਤੇ ਕਰਨਾ ਬੀਤੇ ਦੀਆਂ ਗਲਤੀਆਂ ਤੋਂ ਸਿੱਖਣ ਅਤੇ ਉਹਨਾਂ ਨੂੰ ਦੂਰ ਕਰ ਲੈਣ ਜਿੰਨਾ ਹੀ ਮਹੱਤਵਪੂਰਨ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੌਣ ਹੋ। ਆਪਣੇ ਬੀਤੇ 'ਚੋਂ ਕਿਸੇ ਸਮੇਂ 'ਚੋਂ ਤੁਸੀਂ ਸਫਲ ਹੋ ਚੁੱਕੇ ਹੋ। ਉਹਨਾਂ ਪਲਾਂ ਨੂੰ ਚੇਤਿਆਂ 'ਚੋਂ ਨਾ ਵਿਸਾਰੋ। ਉਹਨਾਂ ਦੀ ਵਰਤੋਂ ਆਪਣੇ ਆਪ ਨੂੰ ਇਹ ਮੁੜ-ਮੁੜ ਚੇਤੇ ਕਰਾਉਣ ਲਈ ਕਰੋ ਕਿ ਦਰਅਸਲ ਤੁਸੀਂ ਆਪਣੇ ਟੀਚੇ ਪੂਰੇ ਕਰ ਸਕਦੇ ਹੋ। ਨੈਲਸਨ ਮੰਡੇਲਾ ਦੀ ਕਹਾਣੀ। ਮੇਰਾ ਮੰਨਣਾ ਹੈ ਕਿ ਮੈਂ ਜਾਂ ਮੇਰਾ ਕੋਈ ਜਾਣੂ ਬੰਦਾ ਉਸ ਯਾਦਗਾਰੀ ਅਤੇ ਇਤਿਹਾਸਕ ਦਿਨ ਨੂੰ ਨਹੀਂ ਭੁੱਲ ਸਕੇਗਾ ਜਦੋਂ ਨੈਲਸਨ ਮੰਡੇਲਾ ਦੱਖਣੀ ਅਫਰੀਕਾ ਦੇ ਪਹਿਲੇ ਰਾਸ਼ਟਰਪਤੀ ਚੁਣੇ ਗਏ ਸਨ। ਇਸ ਬੰਦੇ ਨੇ ਆਪਣੀ ਜ਼ਿੰਦਗੀ ਦੇ 27 ਸਾਲ ਜੇਲ੍ਹ 'ਚ ਗੁਜ਼ਾਰੇ ਸਨ ਅਤੇ 1990 'ਚ ਜਾ ਕੇ ਉਸ ਦੀ ਜੇਲ੍ਹ ਤੋਂ ਬੰਦ ਖਲਾਸੀ ਹੋਈ ਸੀ ਅਤੇ ਉਸ ਨੂੰ ਕਿਸ ਜੁਰਮ ਬਦਲੇ ਇੰਨਾ ਲੰਮਾ ਸਮਾਂ ਜੇਲ੍ਹ 'ਚ ਰੱਖਿਆ ਗਿਆ। ਉਹ ਨਸਲਵਾਦੀ ਸਰਕਾਰ ਦੇ ਖਿਲਾਫ ਡਟਿਆ ਸੀ ਜੋ ਮਨੁੱਖੀ ਹੱਕਾਂ 'ਤੇ ਜ਼ੁਲਮ ਕਰ ਰਹੀ ਸੀ। ਜੇਲ੍ਹ 'ਚੋਂ ਕੈਦ ਰਹਿਣ ਸਮੇਂ ਉਹ ਕੁੱਲ ਦੁਨੀਆ ਦੇ ਕਰੋੜਾਂ ਲੋਕਾਂ ਲਈ ਉਮੀਦ ਅਤੇ ਰੰਗ ਭੇਦ ਅੰਦੋਲਨ ਵਿਰੁੱਧ ਟਾਕਰੇ ਦਾ ਚਿੰਨ੍ਹ ਸੀ। ਉਹ ਆਪਣਾ ਜੇਲ੍ਹ ਦਾ ਸਾਰਾ ਸਮਾਂ ਆਪਣੇ ਅਤੇ ਆਪਣੇ ਲੋਕਾਂ ਨਾਲ ਹੋਏ ਕੁੱਲ ਅਨਿਆਂ ਉੱਪਰ ਕੇਂਦਰਿਤ ਕਰ ਸਕਦਾ ਸੀ ਅਤੇ ਇਹ ਵੀ ਕਿ ਉਸ ਦੀ ਅੱਧੀ ਤੋਂ ਜ਼ਿਆਦਾ ਉਮਰ ਜੇਲ੍ਹ 'ਚ ਹੀ ਬੀਤ ਗਈ ਸੀ, ਪਰ ਉਸ ਨੇ ਆਪਣੇ ਬੀਤੇ ਨੂੰ ਭੁੱਲ ਕੇ ਦਇਆ ਅਤੇ ਅਮਨ ਤੇ ਆਜ਼ਾਦੀ ਲਈ ਅੰਦੋਲਨ ਉੱਪਰ ਕੇਂਦਰਿਤ ਕਰਨ ਦਾ ਰਾਹ ਚੁਣਿਆ। 1993 'ਚ ਉਸ ਨੂੰ ਅਤੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ FWD ਕਲਾਰਕ ਨੂੰ ਝਗੜਾ ਨਿਬੇੜਨ ਅਤੇ ਅਮਨ ਲਈ ਕੰਮ ਕਰਨ ਬਦਲੇ ਨੋਬਲ ਸ਼ਾਂਤੀ ਪੁਰਸਕਾਰ ਮਿਲਿਆ। ਉਹ ਇਸ ਦਾ ਹੱਕਦਾਰ ਸੀ। ਉਸ ਦਾ ਕਹਿਣਾ ਹੈ, ਮੈਂ ਜ਼ੁਲਮ ਨੂੰ ਨਫ਼ਰਤ ਕਰਦਾ ਸੀ ਅਤੇ ਜਦੋਂ ਮੈਂ ਜੋ ਕੁਝ ਕੀਤਾ ਗਿਆ ਸੀ ਉਸ ਬਾਰੇ ਸੋਚਦਾ ਤਾਂ ਮੈਨੂੰ ਗੁੱਸਾ ਆਉਂਦਾ ਸੀ। ਧਰਤੀ ਉੱਪਰ ਤੁਹਾਡੇ ਕੋਲ ਸਮਾਂ ਬਹੁਤ ਥੋੜ੍ਹਾ ਹੁੰਦਾ ਹੈ ਅਤੇ ਤੁਹਾਨੂੰ ਲਾਜ਼ਮੀ ਹੀ ਆਪਣੇ ਮੁਲਕ ਦੀ ਕਾਇਆ ਕਲਪ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਇਸ ਸਮੇਂ ਦੀ ਵਰਤੋਂ ਮੁਲਕ ਨੂੰ ਆਪਣੀ ਇੱਛਾ ਅਨੁਸਾਰ ਜਮਹੂਰੀ, ਨਸਲੀ ਅਤੇ ਲਿੰਗ ਭੇਦਭਾਵ ਤੋਂ ਮੁਕਤ ਬਣਾਉਣ ਲਈ ਕੀਤੀ ਜਾਣੀ ਚਾਹੀਦੀ ਹੈ ਅਤੇ ਇਹ ਮਹਾਨ ਕੰਮ ਸੀ। ਇੱਕ ਵਾਰ ਮੰਡੇਲਾ ਨੇ ਜੇਲ੍ਹ 'ਚ ਗੁਜ਼ਾਰੇ ਸਮੇਂ ਦਾ ਜ਼ਿਕਰ 27 ਸਾਲਾਂ ਦੀ ਛੁੱਟੀ ਵਜੋਂ ਕੀਤਾ ਸੀ। ਆਪਣੀ ਕੈਦ ਦਾ ਆਖਰੀ ਸਮਾਂ ਉਸ ਨੇ ਤਲਾਬ ਦੇ ਨਾਲ ਬਣਾਈ ਇੱਕ ਝੌਂਪੜੀਨੁਮਾ ਜੇਲ੍ਹ 'ਚ ਗੁਜ਼ਾਰਿਆ, ਪਰ ਪਹਿਲੇ ਸਾਲ ਉਸ ਨੇ ਰੋਬਨ ਟਾਪੂ ਦੀ ਜੇਲ੍ਹ 'ਚ ਗੁਜ਼ਾਰੇ ਜਿੱਥੇ ਉਸ ਦਾ ਸਵਾਗਤ ਕਰਦਿਆਂ ਜੇਲ੍ਹ ਵਾਰਡਨ ਨੇ ਕਿਹਾ ਸੀ, ਤੂੰ ਇਸੇ ਟਾਪੂ ਉੱਪਰ ਮਰੇਂਗਾ। ਉਹ ਕੈਦੀ ਨੰਬਰ 46664 ਸੀ ਅਤੇ ਜਦੋਂ ਉਹ ਪੱਥਰ ਤੋੜਨ ਅਤੇ ਚੂਨੇ ਦੀ ਖਾਣ 'ਚ ਮੁਸ਼ੱਕਤ ਨਾ ਕਰ ਰਿਹਾ ਹੁੰਦਾ ਤਾਂ ਉਸ ਨੂੰ 7 ਵਰਗ ਫੁੱਟ ਦੀ ਕੋਠੜੀ 'ਚ ਬੰਦ ਰੱਖਿਆ ਜਾਂਦਾ ਸੀ। ਨਾਲ ਦੇ ਕੈਦੀਆਂ ਨਾਲ ਮਾੜੇ ਸਲੂਕ ਵਿਰੁੱਧ ਆਵਾਜ਼ ਉਠਾਉਣ ਕਾਰਨ ਨੈਲਸਨ ਮੰਡੇਲਾ ਨੂੰ ਵੱਖਰੀ ਕੋਠੜੀ 'ਚੋਂ ਇਕੱਲਤਾ ਦੀ ਸਜ਼ਾ ਦਿੱਤੀ ਗਈ। ਜੇਲ੍ਹ 'ਚੋਂ ਬੰਦ ਹੋਣ ਸਮੇਂ ਹੀ ਮੰਡੇਲਾ ਦੀ ਮਾਤਾ ਅਤੇ ਪੁੱਤਰ ਰੱਬ ਨੂੰ ਪਿਆਰੇ ਹੋ ਗਏ ਅਤੇ ਉਸ ਨੂੰ ਦੋਵਾਂ ਵਿੱਚੋਂ ਕਿਸੇ ਦੀਆਂ ਅੰਤਮ ਰਸਮਾਂ 'ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਦਰਦ ਨੂੰ ਉਸ ਨੇ ਇਸ ਤਰ੍ਹਾਂ ਬਿਆਨ ਕੀਤਾ, ਉਹ ਜ਼ਖਮ ਜਿਨ੍ਹਾਂ ਨੂੰ ਦੇਖਿਆ ਨਹੀਂ ਜਾ ਸਕਦਾ ਉਹਨਾਂ ਜ਼ਖਮਾਂ ਨਾਲੋਂ ਜ਼ਿਆਦਾ ਦਰਦਨਾਕ ਹੁੰਦੇ ਹਨ ਜਿਨ੍ਹਾਂ ਨੂੰ ਦੇਖਿਆ ਜਾ ਸਕਦਾ ਹੈ ਅਤੇ ਜਿਨ੍ਹਾਂ ਨੂੰ ਡਾਕਟਰ ਠੀਕ ਕਰ ਸਕਦਾ ਹੈ। ਜਦੋਂ ਮੈਂ ਦਰਵਾਜ਼ੇ ਤੋਂ ਬਾਹਰ ਆ ਕੇ ਉਸ ਗੇਟ ਵੱਲ ਤੁਰਿਆ ਜੋ ਮੇਰੀ ਆਜ਼ਾਦੀ ਵੱਲ ਜਾਂਦਾ ਸੀ, ਮੈਂ ਜਾਣਦਾ ਸੀ ਕਿ ਜੇ ਮੈਂ ਆਪਣੀ ਕੁੜੱਤਣ ਅਤੇ ਨਫ਼ਰਤ ਨਹੀਂ ਛੱਡਦਾ ਤਾਂ ਮੈਂ ਅੱਜ ਵੀ ਜੇਲ੍ਹ 'ਚ ਹੋਵਾਂਗਾ। ਦੱਖਣੀ ਅਫਰੀਕਾ ਦਾ ਪਹਿਲਾ ਕਾਲਾ ਰਾਸ਼ਟਰਪਤੀ ਚੁਣੇ ਜਾਣ 'ਤੇ ਮੰਡੇਲਾ ਨੇ ਆਪਣੇ ਭਾਸ਼ਣ ਦੁਆਰਾ ਮੁਲਕ ਨੂੰ ਸਾਰੀਆਂ ਨਸਲਾਂ ਅਤੇ ਧਰਮਾਂ ਨੂੰ ਇਕਮੁੱਠ ਕਰਨ ਦਾ ਰਾਹ ਚੁਣਿਆ। ਉਸ ਨੇ ਆਪਣੀ ਗੱਲ ਇੱਥੋਂ ਸ਼ੁਰੂ ਕੀਤੀ, ਮੈਂ ਸਭ ਲਈ ਅਮਨ,
ਜਮਹੂਰੀਅਤ ਅਤੇ ਆਜ਼ਾਦੀ ਦੇ ਨਾਂ 'ਤੇ ਤੁਹਾਨੂੰ ਸਭ ਨੂੰ ਵਧਾਈ ਦਿੰਦਾ ਹਾਂ। ਉਸ ਨੇ ਇਹ ਵੀ ਕਿਹਾ, ਜ਼ਖਮਾਂ ਨੂੰ ਭਰਨ ਦਾ ਸਮਾਂ ਆ ਗਿਆ ਹੈ। ਉਸ ਪਾੜੇ ਨੂੰ ਪੂਰਾ ਕਰਨ ਦਾ ਪਲ ਆ ਗਿਆ ਹੈ ਜਿਸ ਨੇ ਸਾਨੂੰ ਵੰਡਿਆ ਹੋਇਆ ਹੈ। ਮੁਲਕ ਨੂੰ ਉਸਾਰਨ ਦੀ ਜ਼ਿੰਮੇਵਾਰੀ ਸਾਡੇ ਉੱਪਰ ਹੈ। ਇਸ ਲਈ ਸਾਨੂੰ ਕੌਮੀ ਰਾਜ਼ੀਨਾਮੇ ਲਈ, ਕੌਮੀ ਉਸਾਰੀ ਲਈ, ਇੱਕ ਨਵੀਂ ਦੁਨੀਆ ਨੂੰ ਜਨਮ ਦੇਣ ਲਈ ਇਕਜੁੱਟ ਲੋਕਾਂ ਵਜੋਂ ਮਿਲ ਕੇ ਕੰਮ ਕਰਨਾ ਪਵੇਗਾ। ਮੰਡੇਲਾ ਜਾਣਦੇ ਸਨ ਕਿ ਆਪਣੇ ਮੁਲਕ ਅਤੇ ਲੋਕਾਂ ਦੇ ਇਕਮੁੱਠ ਹੋਣ ਲਈ ਉਹਨਾਂ ਨੂੰ ਬੀਤੇ ਦੇ ਝਗੜੇ ਨੂੰ ਛੱਡਣਾ ਪਵੇਗਾ ਅਤੇ ਇੱਕ ਸ਼ਾਂਤਮਈ ਅਤੇ ਖੁਸ਼ਹਾਲ ਭਵਿੱਖ ਉੱਪਰ ਕੇਂਦਰਿਤ ਕਰਨਾ ਪਵੇਗਾ। ਇੱਕ ਵਾਰ ਅਸਫਲ ਹੋਣ ਦਾ ਭਾਵ ਇਹ ਨਹੀਂ ਕਿ ਤੁਸੀਂ ਹਮੇਸ਼ਾ ਲਈ ਅਸਫਲ ਹੁੰਦੇ ਰਹੋਗੇ। ਜੇ ਤੁਸੀਂ ਇੱਕ ਵੱਖਰਾ ਭਵਿੱਖ ਚਾਹੁੰਦੇ ਹੋ ਤਾਂ ਬੀਤੇ ਉੱਪਰ ਕੇਂਦਰਿਤ ਨਾ ਰਹੋ। ਤੁਹਾਡੇ ਕੋਲ ਚੁਣਨ ਲਈ ਬਦਲ ਹੈ। ਆਪਣੀ ਸੋਚ ਬਦਲੋ, ਆਪਣਾ ਰਵੱਈਆ ਬਦਲੋ। ਆਪਣੇ ਆਪ ਨੂੰ ਇਹ ਦੱਸਣ ਦੀ ਲੋੜ ਹੈ ਕਿ ਤੁਸੀਂ ਰੱਬ ਦੀ ਬਣਾਈ ਬਿਹਤਰੀਨ ਚੀਜ਼ ਹੋ। ਤੁਸੀਂ ਸਭ ਕੁਝ ਕਰਨ ਦੇ ਕਾਬਲ ਹੋ। ਜੇ ਤੁਸੀਂ ਆਪਣੇ ਆਪ ਨੂੰ ਇਹ ਨਹੀਂ ਕਹਿੰਦੇ ਤਾਂ ਕੋਈ ਹੋਰ ਨਹੀਂ ਕਹੇਗਾ। ਤੁਹਾਨੂੰ ਆਪਣੀਆਂ ਤਾਕਤਾਂ, ਯੋਗਤਾਵਾਂ ਅਤੇ ਰੱਬ ਦੀਆਂ ਦਿੱਤੀਆਂ ਪ੍ਰਤਿਭਾਵਾਂ 'ਚ ਵਿਸ਼ਵਾਸ ਕਰਨਾ ਸਿੱਖਣਾ ਪਵੇਗਾ। ਹੁਣ ਤੋਂ ਹੀ ਉਹ ਸੋਚਾਂ ਛੱਡ ਦਿਓ ਜੋ ਤੁਹਾਨੂੰ ਕਹਿੰਦੀਆਂ ਹਨ ਕਿ ਤੁਸੀਂ ਚੰਗੇ ਨਹੀਂ ਹੋ ਜਾਂ ਤੁਸੀਂ ਪਹਿਲਾਂ ਵੀ ਅਸਫਲ ਹੋਏ ਸੀ ਅਤੇ ਦੁਬਾਰਾ ਵੀ ਹੋਵੋਗੇ। ਅਸਫਲ ਹੋਣਾ ਮਤਲਬ ਸਿੱਖਣ ਦੀ ਪਹਿਲੀ ਕੋਸ਼ਿਸ਼। ਡਰ ਸਾਨੂੰ ਸਾਰਿਆਂ ਨੂੰ ਲੱਗਦਾ ਹੈ। ਦੂਜੀ ਗੱਲ ਇਹ ਹੈ ਕਿ ਤੁਹਾਨੂੰ ਹੌਸਲੇ ਦੀ ਲੋੜ ਹੈ। ਆਪਣੀਆਂ ਇੱਛਾਵਾਂ ਦਾ ਪਿੱਛਾ ਕਰਨ ਲਈ ਦਲੇਰ ਬਣੋ। ਮਨੁੱਖ ਬਹੁਤ ਜ਼ਿਆਦਾ ਸਮਾਂ ਅਸਫਲ ਹੋਣ ਅਤੇ ਨਕਾਰੇ ਜਾਣ ਦੇ ਡਰ 'ਚ ਗੁਜ਼ਾਰ ਸਕਦਾ ਹੈ। ਇਹਨਾਂ ਨੂੰ ਦੂਰ ਕਰਨ ਲਈ ਤੁਹਾਨੂੰ ਇਹਨਾਂ ਦੋ ਡਰਾਂ ਉੱਪਰ ਕੇਂਦਰਿਤ ਸਰਗਰਮੀਆਂ ਕਰਨ ਦੀ ਲੋੜ ਹੈ। ਜੇ ਤੁਸੀਂ ਕਿਸੇ ਚੀਜ਼ ਤੋਂ ਡਰਦੇ ਹੋ ਅਤੇ ਜਿਸ ਤੋਂ ਡਰਦੇ ਹੋ ਉਸ ਨੂੰ ਅੰਜਾਮ ਦੇਣ ਲਈ ਕਦਮ ਚੁੱਕਦੇ ਹੋ ਤਾਂ ਤੁਸੀਂ ਉਸ ਡਰ ਨੂੰ ਦੂਰ ਕਰ ਲਓਗੇ। ਆਪਣੇ ਡਰ ਅਸੀਂ ਆਪ ਪੈਦਾ ਕਰਦੇ ਹਾਂ। ਉਹਨਾਂ ਵਿੱਚੋਂ ਸਿਰਫ 2% ਸੱਚ ਹੁੰਦੇ ਹਨ ਅਤੇ 98% ਝੂਠ ਹੁੰਦੇ ਹਨ। ਪਰ ਜਦੋਂ ਤੱਕ ਤੁਸੀਂ ਡਰ ਨੂੰ ਦੂਰ ਕਰਨ ਲਈ ਕਦਮ ਨਹੀਂ ਚੁੱਕਦੇ ਤੁਸੀਂ ਫਸੇ ਰਹੋਗੇ। ਆਪਣੇ ਆਪ ਨੂੰ ਮੁੜ-ਮੁੜ ਚੇਤੇ ਕਰਾਓ ਕਿ ਤੁਸੀਂ ਸਭ ਕੁਝ ਕਰਨ ਦੇ ਸਮਰੱਥ ਹੋ। ਇਹ ਸੰਭਵ ਹੈ। ਤੁਹਾਡੇ ਦਿਲ 'ਚ ਜੋ ਸੁਪਨੇ ਹਨ ਪਰ ਜਿਨ੍ਹਾਂ ਨੂੰ ਤੁਸੀਂ ਆਪਣੇ ਮਨ ਦੇ ਖੂੰਜੇ 'ਚੋਂ ਤੱਕ ਰੱਖਿਆ ਹੈ ਉਹ ਤੁਹਾਡੀ ਪਹੁੰਚ 'ਚੋਂ ਹਨ। ਇਹ ਸਵੀਕਾਰ ਕਰੋ ਕਿ ਤੁਸੀਂ ਬਿਹਤਰ ਜ਼ਿੰਦਗੀ ਬਣਾ ਸਕਦੇ ਹੋ। ਇਹ ਤੁਹਾਡੇ ਲਈ ਹੁਲਾਰੇ ਦਾ ਕੰਮ ਕਰੇਗਾ ਜੋ ਤੁਹਾਡੇ ਸਫਲ ਹੋਣ ਲਈ ਜ਼ਰੂਰੀ ਹੈ। ਸੁਪਨੇ ਅਤੇ ਇੱਛਾਵਾਂ ਤੁਹਾਨੂੰ ਅਮਲ 'ਚ ਜੁਟਣ ਅਤੇ ਇਹਨਾਂ ਦੀ ਪੂਰਤੀ ਲਈ ਅੱਗੇ ਰਹਿਣ ਦੀ ਪ੍ਰੇਰਨਾ ਦੇਣ। ਇਸ ਲਈ ਤੁਹਾਡੇ ਸੁਪਨੇ ਅਤੇ ਇੱਛਾਵਾਂ ਵੱਡੇ ਹੋਣੇ ਚਾਹੀਦੇ ਹਨ। ਜੇ ਤੁਸੀਂ ਆਪਣੇ ਭਵਿੱਖ ਲਈ ਬਣਾਈ ਯੋਜਨਾ ਤੋਂ ਉਤਸ਼ਾਹਿਤ ਨਹੀਂ ਹੁੰਦੇ ਤਾਂ ਤੁਸੀਂ ਉਹ ਪ੍ਰੇਰਨਾ ਕਦੇ ਵੀ ਨਹੀਂ ਪਾ ਸਕੋਗੇ ਜੋ ਤੁਹਾਨੂੰ ਆਪਣੀ ਜ਼ਿੰਦਗੀ ਨੂੰ ਬਦਲਣ ਲਈ ਦਰਕਾਰ ਹੈ। ਜ਼ਬਰਦਸਤ ਸੁਪਨੇ ਤੁਹਾਡੀ ਆਤਮਾ ਨੂੰ ਝੰਜੋੜ ਸਕਦੇ ਹਨ ਅਤੇ ਜਦੋਂ ਤੁਸੀਂ ਵੱਡੇ ਸੁਪਨੇ ਲੈਂਦੇ ਹੋ ਤਾਂ ਇਸ ਨਾਲ ਤੁਸੀਂ ਜ਼ਬਰਦਸਤ ਕਾਲਪਨਿਕ ਤਸਵੀਰ ਨੂੰ ਠੋਸ ਹਕੀਕਤ ਬਣਾਉਣ ਲਈ ਹਮਲਾ ਮਾਰਨ ਲਈ ਪ੍ਰੇਰਿਤ ਹੋਵੋਗੇ। ਅਸਫਲਤਾ ਜਿਹੀ ਕੋਈ ਚੀਜ਼ ਨਹੀਂ ਹੁੰਦੀ। ਜਦੋਂ ਤੁਹਾਨੂੰ ਝਟਕਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਤੁਸੀਂ ਆਪਣੀ ਜ਼ਿੰਦਗੀ 'ਚ ਅਸਫਲ ਹੁੰਦੇ ਹੋ ਤਾਂ ਤੁਸੀਂ ਇਸ ਦਾ ਲੇਖਾ ਜੋਖਾ ਕਰਦੇ ਹੋ। ਸ਼ਾਇਦ ਤੁਸੀਂ ਕਾਫੀ ਕੇਂਦਰਿਤ ਨਹੀਂ ਸੀ। ਗਲਤੀ ਬਸ ਇੱਕ ਗਲਤੀ ਹੈ। ਇਸ ਲਈ ਇਸ ਤੋਂ ਤੁਸੀਂ ਸਬਕ ਸਿੱਖ ਸਕਦੇ ਹੋ ਅਤੇ ਫਿਰ ਯੋਜਨਾ ਬਣਾ ਸਕਦੇ ਹੋ। ਹਰ ਸਾਲ ਸਾਡੀ ਉਮਰ ਵੱਧਦੀ ਜਾਂਦੀ ਹੈ ਪਰ ਕੀ ਅਸੀਂ ਵਧੇਰੇ ਅਕਲਮੰਦ ਵੀ ਬਣ ਰਹੇ ਹਾਂ? ਇਹ ਸਹੀ ਸਵਾਲ ਹੈ ਜੋ ਪੁੱਛਣਾ ਬਣਦਾ ਹੈ। ਕੀ ਤੁਸੀਂ ਉਹੀ ਵਿਅਕਤੀ ਹੋ ਜੋ ਪਿਛਲੇ ਸਾਲ ਸੀ? ਸੜਕ ਦੇ ਆਪਣੇ ਵਾਲੇ ਪਾਸੇ ਉੱਪਰ ਧਿਆਨ ਕੇਂਦਰਿਤ ਰੱਖੋ ਅਤੇ ਚੇਤੇ ਰੱਖੋ ਖੁਸ਼ੀ ਤੁਹਾਨੂੰ ਅੰਦਰੋਂ ਮਿਲਦੀ ਹੈ। ਸਵੈ ਅਨੁਸ਼ਾਸਨ ਤੁਹਾਨੂੰ ਆਪਣੇ ਵਿਅਕਤੀਤਵ, ਆਪਣੀ ਅੰਦਰੂਨੀ ਤਾਕਤ ਅਤੇ ਆਪਣੀ ਅੰਦਰਲੀ ਪ੍ਰਤਿਭਾ ਨੂੰ ਮਹਿਸੂਸ ਕਰਨ ਅਤੇ ਸਮਝਣ ਦੀ ਇਜਾਜ਼ਤ ਦਿੰਦਾ ਹੈ। ਅਸਫਲਤਾ ਮਹਿਜ਼ ਇੱਕ ਤਜਰਬਾ ਹੈ। ਇਹ ਦੁਨੀਆ ਦਾ ਅੰਤ ਨਹੀਂ ਹੈ। ਹਉਮੈ ਨੂੰ ਮਾਰਨ ਲਈ ਤੁਹਾਨੂੰ ਚੰਗੇ ਕੰਮ ਕਰਨ ਦੀ ਲੋੜ ਹੈ। ਜਿਉਂ-ਜਿਉਂ ਤੁਹਾਡਾ ਕਾਰੋਬਾਰ ਵਧੇਗਾ ਤੁਹਾਡੀ ਹਉਮੈ ਵੀ ਵਧੇਗੀ ਅਤੇ ਤੁਹਾਡੇ ਲਈ ਆਪਣੀ ਹਉਮੈ ਨੂੰ ਵੱਸ 'ਚੋਂ ਕਰਨਾ ਜ਼ਰੂਰੀ ਹੈ। ਲਾਭ ਉੱਪਰ ਧਿਆਨ ਕੀਤੇ ਬਿਨਾਂ ਕੁਝ ਕਰੋ। ਆਪਣੀਆਂ ਗਲਤੀਆਂ ਤੋਂ ਸਿੱਖੋ। ਜਦੋਂ ਚੀਜ਼ਾਂ ਐਨ ਉਸੇ ਤਰ੍ਹਾਂ ਕੰਮ ਨਹੀਂ ਕਰਦੀਆਂ ਜਿਵੇਂ ਤੁਸੀਂ ਯੋਜਨਾ ਬਣਾਈ ਸੀ, ਇਹ ਹੋਵੇਗਾ ਤਾਂ ਕੁਝ ਸਿੱਖਣ ਦਾ ਮੌਕਾ ਨਾ ਗਵਾਓ। ਥੋੜ੍ਹੇ ਸਮੇਂ ਲਈ ਅਸਫਲਤਾ ਚੰਗੀ ਚੀਜ਼ ਹੈ ਜੋ ਤੁਹਾਨੂੰ ਸਿਖਾਉਂਦੀ ਹੈ ਕਿ ਅਜਿਹਾ ਕਿਵੇਂ ਨਹੀਂ ਕਰਨਾ ਹੈ। ਇਹ ਤੁਹਾਨੂੰ ਉਸ ਹੱਲ ਦੇ ਵਧੇਰੇ ਤੋਂ ਵਧੇਰੇ ਨੇੜੇ ਲੈ ਜਾਵੇਗਾ ਜੋ ਤੁਸੀਂ ਲੱਭ ਰਹੇ ਹੋ। ਜ਼ਿੰਦਗੀ 'ਚੋਂ ਅਸੀਂ ਬਹੁਤ ਸਾਰੀਆਂ ਚੁਣੌਤੀਆਂ ਅਤੇ ਔਕੜਾਂ ਦਾ ਸਾਹਮਣਾ ਕਰਦੇ ਹਾਂ। ਜੇ ਤੁਹਾਨੂੰ ਉਹਨਾਂ ਨਾਲ ਨਜਿੱਠਣ ਦਾ ਗਿਆਨ ਨਹੀਂ ਹੈ ਤਾਂ ਸਿੱਖਣ ਦੀ ਕੋਸ਼ਿਸ਼ ਕਰੋ। ਇਹ ਸਮਝਣ ਲਈ ਨਿਮਰਤਾ ਦੀ ਲੋੜ ਹੁੰਦੀ ਹੈ ਕਿ ਤੁਹਾਨੂੰ ਕਿਸ ਚੀਜ਼ ਬਾਰੇ ਜਾਣਕਾਰੀ ਨਹੀਂ ਹੈ। ਤਰੱਕੀ ਕਰਨ ਲਈ ਤਿਆਰ ਰਹੋ।
ਤੁਸੀਂ ਇਸ ਤਰੀਕੇ ਨਾਲ ਸਵੈ ਮੁਹਾਰਤ ਹਾਸਲ ਕਰਦੇ ਹੋ। ਸਮੱਸਿਆ ਨੂੰ ਚਿਮੜੇ ਨਾ ਰਹੋ ਅਤੇ ਉਡੀਕ ਨਾ ਕਰੋ। ਹੱਲ ਲੱਭਣ ਲਈ ਰਸਤਾ ਲੱਭੋ। ਹਉਮੈ ਅਤੇ ਲਾਲਚ ਵਿਅਕਤੀਤਵ ਦੇ ਸਭ ਤੋਂ ਵੱਡੇ ਦੁਸ਼ਮਣ ਹਨ। ਵੱਡੀ ਤਸਵੀਰ ਵੱਲ, ਆਸ-ਪਾਸ ਦੇ ਲੋਕਾਂ ਵੱਲ ਦੇਖੋ ਜੋ ਲੋੜ ਸਮੇਂ ਤੁਹਾਡੇ ਲਈ ਹਾਜ਼ਰ ਸਨ। ਮੈਂ ਪਲੰਬਿੰਗ ਦੇ ਕਾਰੋਬਾਰ ਵਿੱਚ ਬਹੁਤ ਸਫਲ ਹੋਇਆ, ਪਰ ਸਫਲਤਾ ਅਜੇ ਵੀ ਅਸਫਲ ਰਹੀ। ਅਸੀਂ ਰੋਜ਼ਾਨਾ 14 ਘੰਟੇ ਕੰਮ ਕਰਦੇ ਸੀ ਅਤੇ ਸਾਨੂੰ ਭੁਗਤਾਨ ਸਮੇਂ ਸਿਰ ਨਹੀਂ ਹੋ ਰਿਹਾ ਸੀ। ਮੈਂ ਫਸਿਆ ਹੋਇਆ ਸੀ ਅਤੇ ਮਾਯੂਸ ਸੀ ਕਿਉਂਕਿ ਡਿਪਲੋਮਾ ਕਰਨ 'ਚ ਮੈਨੂੰ 4 ਸਾਲ ਲੱਗੇ ਸਨ। ਮੇਰੀ ਸੋਚ ਸੀ ਕਿ ਜੇ ਮੈਂ ਤਰੱਕੀ ਕਰਨਾ ਚਾਹੁੰਦਾ ਹਾਂ ਤਾਂ ਮੈਨੂੰ ਆਪਣੀ ਜ਼ਿੰਦਗੀ ਨੂੰ ਬਦਲਣ ਦੀ ਲੋੜ ਹੈ। ਮੈਂ ਉਸ ਖੇਤਰ ਵਿੱਚ ਜਾਣਾ ਚਾਹੁੰਦਾ ਸੀ ਜਿੱਥੇ ਮੈਨੂੰ ਇਹ ਯਕੀਨੀ ਬਣਾਉਣ ਦੀ ਚਿੰਤਾ ਨਾ ਹੋਵੇ ਕਿ ਗਾਹਕ ਸਮੇਂ ਸਿਰ ਭੁਗਤਾਨ ਕਰੇਗਾ ਜਾਂ ਨਹੀਂ। ਫਿਰ ਮੈਂ ਇੱਕ ਐਸੇ ਵਿਅਕਤੀ ਨੂੰ ਮਿਲਿਆ ਜੋ ਮੇਰੇ ਨਾਲੋਂ ਘੱਟ ਪੜ੍ਹਿਆ ਲਿਖਿਆ ਸੀ ਪਰ ਬਿਹਤਰ ਕਾਰੋਬਾਰ ਚਲਾ ਰਿਹਾ ਸੀ। ਮੈਂ ਆਪਣੇ ਆਪ ਨੂੰ ਕਿਹਾ ਕਿ ਜੇ ਇਹ ਵਿਅਕਤੀ ਇਹ ਕਰ ਸਕਦਾ ਹੈ, ਉਹ ਮੈਂ ਵੀ ਕਰ ਸਕਦਾ ਹਾਂ। ਮੈਨੂੰ ਆਪਣੇ ਪਲੰਬਿੰਗ ਦੇ ਪ੍ਰੋਜੈਕਟਾਂ ਨੂੰ ਨਿਬੇੜਨ ਲਈ ਤਕਰੀਬਨ 6 ਮਹੀਨੇ ਲੱਗੇ, ਪਰ ਮੇਰਾ ਧਿਆਨ ਬਦਲ ਗਿਆ ਸੀ। ਮੈਂ ਜਾਣਦਾ ਸੀ ਕਿ ਹੁਣ ਨਵੀਂ ਸ਼ੁਰੂਆਤ ਕਰਨ ਦਾ ਬਦਲਣ ਦਾ ਵੇਲਾ ਹੈ। ਜਦੋਂ ਮੇਰਾ ਕੋਈ ਵੀ ਗਾਹਕ ਮੈਨੂੰ ਸਮੇਂ ਸਿਰ ਭੁਗਤਾਨ ਨਹੀਂ ਸੀ ਕਰ ਰਿਹਾ ਤਾਂ ਮੇਰੀ ਕੰਮ 'ਤੇ ਜਾਣ 'ਚ ਰੁਚੀ ਖਤਮ ਹੋ ਗਈ ਸੀ। ਪਰ ਮੈਂ ਜੋ ਪ੍ਰੋਜੈਕਟ ਸ਼ੁਰੂ ਕੀਤੇ ਸਨ ਉਹਨਾਂ ਨੂੰ ਪੂਰਾ ਕਰਨਾ ਮੇਰੀ ਵਚਨਬੱਧਤਾ, ਮੇਰਾ ਇਕਰਾਰ ਸੀ। ਮੈਂ ਆਪਣੇ ਆਪ ਨੂੰ ਕਿਹਾ, ਮੈਂ ਇੱਥੇ ਫਸਿਆ ਨਹੀਂ ਰਹਿਣਾ। ਇੱਥੇ ਮੈਂ ਬਿਹਤਰ ਭਵਿੱਖ ਬਣਾਉਣ ਦੀ ਖਾਤਰ ਹਾਂ। ਮੈਂ ਸਮੱਸਿਆ ਨੂੰ ਲੈ ਕੇ ਬੈਠੇ ਰਹਿਣ ਦੀ ਬਜਾਏ ਹੱਲ ਉੱਪਰ ਕੇਂਦਰਿਤ ਕਰਨ ਦਾ ਰਾਹ ਚੁਣਿਆ। ਡਰ ਉੱਪਰ ਕਾਬੂ ਪਾਉਣਾ। ਤੁਸੀਂ ਜਿਹੜਾ ਕੰਮ ਵੀ ਸ਼ੁਰੂ ਕਰਦੇ ਹੋ, ਨਵੇਂ ਪਾਸੇ ਜਾਣ ਤੋਂ ਪਹਿਲਾਂ ਤੁਹਾਡੇ ਲਈ ਉਸ ਨੂੰ ਪੂਰਾ ਕਰਨਾ ਜ਼ਰੂਰੀ ਹੈ, ਨਹੀਂ ਤਾਂ ਤੁਹਾਨੂੰ ਅਸਫਲਤਾ ਮਹਿਸੂਸ ਹੋਵੇਗੀ। ਇਸ ਨਾਲ ਤੁਹਾਡੇ ਅੰਦਰ ਸਵੈਮਾਨ ਪੈਦਾ ਹੋਵੇਗਾ ਅਤੇ ਤੁਹਾਡਾ ਆਪਣੇ ਆਪ ਅਤੇ ਆਪਣੀਆਂ ਯੋਗਤਾਵਾਂ 'ਚ ਸਵੈ ਵਿਸ਼ਵਾਸ ਬਣੇਗਾ। ਜੋ ਤੁਸੀਂ ਕਰਨਾ ਚਾਹੁੰਦੇ ਹੋ ਉਸ ਉੱਪਰ ਤੁਹਾਨੂੰ 100% ਧਿਆਨ ਕੇਂਦਰਿਤ ਕਰਨਾ ਪਵੇਗਾ। ਤੁਹਾਨੂੰ ਰੋਜ਼ਾਨਾ ਆਪਣੇ ਸੁਪਨਿਆਂ ਬਾਰੇ ਸੋਚਣ ਦੀ ਲੋੜ ਹੈ। ਆਪਣਾ ਭਵਿੱਖ ਤੁਸੀਂ ਇਸ ਤਰੀਕੇ ਨਾਲ ਬਣਾਉਂਦੇ ਹੋ। ਤੁਸੀਂ ਦੂਜਿਆਂ ਦਾ ਖਿਆਲ ਤਦ ਹੀ ਰੱਖ ਸਕਦੇ ਹੋ ਅਤੇ ਉਹਨਾਂ ਨੂੰ ਪ੍ਰੇਮ ਤਦ ਹੀ ਕਰ ਸਕਦੇ ਹੋ ਜੇ ਪਹਿਲਾਂ ਤੁਸੀਂ ਆਪਣੇ ਆਪ ਨਾਲ ਕਰਦੇ ਹੋ। ਸਾਡੀ ਸ਼ਖਸੀਅਤ ਇਸ ਤਰੀਕੇ ਨਾਲ ਬਦਲਦੀ ਹੈ। ਜੇ ਤੁਸੀਂ ਬਾਹਰ ਨਿਕਲਦੇ ਹੋ ਅਤੇ ਦੂਜਿਆਂ ਦੀ ਮਦਦ ਕਰਦੇ ਹੋ ਤਾਂ ਤੁਸੀਂ ਆਪਣੀ ਜ਼ਿੰਦਗੀ 'ਚ ਅੰਦਰੂਨੀ ਅਤੇ ਬਾਹਰੀ ਤਬਦੀਲੀਆਂ ਦੇਖੋਗੇ। ਹੁਣ ਸਹੀ ਸਮਾਂ ਹੈ। ਕੋਈ ਵੀ ਕੰਮ ਕੱਲ੍ਹ 'ਤੇ ਨਾ ਪਾਓ। ਅੱਜ ਕੁਝ ਐਸਾ ਕਰੋ ਜਿਸ ਉੱਪਰ ਤੁਹਾਨੂੰ ਮਾਣ ਹੋਵੇ। ਐਸਾ ਕੋਈ ਕੰਮ ਜਿਸ ਲਈ ਤੁਹਾਡਾ ਭਵਿੱਖ ਤੁਹਾਡੇ ਸਵੈ ਦਾ ਧੰਨਵਾਦ ਕਰੇ। ਇਹ ਤੁਹਾਡੇ ਲਈ ਆਪਣੇ ਮਿਆਰਾਂ ਨੂੰ ਉੱਪਰ ਚੁੱਕਣ ਦਾ ਸਮਾਂ ਹੈ। ਇਹ ਤੁਹਾਡੇ ਲਈ ਆਪਣੇ ਅੰਦਰੋਂ ਵਧੇਰੇ ਉਮੀਦ ਕਰਨ ਦਾ ਸਮਾਂ ਹੈ। ਜੋ ਕੁਝ ਤੁਸੀਂ ਕਰਦੇ ਹੋ ਉਸ ਵਿੱਚੋਂ ਬਿਹਤਰੀਨ ਤੋਂ ਘੱਟ ਕੁਝ ਵੀ ਸਵੀਕਾਰ ਨਾ ਕਰੋ ਅਤੇ ਫਿਰ ਤੁਹਾਨੂੰ ਆਪਣੀ ਜ਼ਿੰਦਗੀ ਨੂੰ ਆਦਰਸ਼ ਬਣਾਉਣ 'ਚ ਕੋਈ ਸਮੱਸਿਆ ਨਹੀਂ ਆਵੇਗੀ। ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ ਉਸ ਵਿੱਚ ਤੁਸੀਂ ਚੋਟੀ 'ਤੇ ਹੋਵੋਗੇ, ਪਰ ਤੁਹਾਨੂੰ ਇਸ 'ਤੇ ਵਿਸ਼ਵਾਸ ਕਰਨਾ ਪਵੇਗਾ। ਇੱਕ ਦ੍ਰਿਸ਼ਟੀ ਬਣਾਓ। ਆਪਣੀਆਂ ਅੱਖਾਂ ਬੰਦ ਕਰੋ ਅਤੇ ਇਸ ਦਾ ਸੁਪਨਾ ਦੇਖੋ। ਇਹ ਸੋਚੋ ਕਿ ਤੁਸੀਂ ਪਹਿਲਾਂ ਹੀ ਉੱਥੇ ਹੋ। ਤੁਸੀਂ ਆਪਣੀ ਇੱਛਾ ਦੀ ਜ਼ਿੰਦਗੀ, ਆਪਣੀ ਇੱਛਾ ਦੀ ਹਕੀਕਤ 'ਚ ਬੈਠੇ ਹੋ। ਚੇਤੇ ਰੱਖੋ, ਸੁਪਨੇ ਤੁਹਾਨੂੰ ਕੰਮ ਕਰਨ ਲਈ ਉਤਸ਼ਾਹਿਤ ਕਰਨ। ਇਸ ਦੇ ਲਈ ਜ਼ਰੂਰੀ ਹੈ ਸੁਪਨੇ ਵੱਡੇ ਹੋਣ। ਸ਼ਾਨੀਆ ਟਵੇਨ ਦੀ ਸਫਲਤਾ ਦੀ ਕਹਾਣੀ। ਕੈਨੇਡੀਅਨ ਗਾਇਕਾ ਅਤੇ ਅੰਤਰਰਾਸ਼ਟਰੀ ਕੰਟਰੀ ਪੌਪ ਸਟਾਰ ਸ਼ਾਨੀਆ ਟਵੇਨ ਦਾ ਬਚਪਨ ਬਹੁਤ ਮੁਸ਼ਕਲਾਂ ਭਰਿਆ ਸੀ। ਉਸ ਨੇ ਦੇਖਿਆ ਸੀ ਕਿ ਉਸ ਦਾ ਮਤਰੇਆ ਬਾਪ ਜੈਰੀ ਟਵੇਨ ਉਸ ਦੀ ਮਾਂ ਨਾਲ ਕਿੰਨੀ ਬੁਰੀ ਤਰ੍ਹਾਂ ਪੇਸ਼ ਆਉਂਦਾ ਸੀ, ਜਿਸ ਨੇ ਸ਼ਾਨੀਆ ਨੂੰ 4 ਸਾਲ ਦੀ ਉਮਰ 'ਚ ਗੋਦ ਲੈ ਲਿਆ ਸੀ। ਉਸ ਦੇ ਮਾਪਿਆਂ ਦੇ ਜ਼ਿਆਦਾ ਝਗੜੇ ਪੈਸੇ ਧੇਲੇ ਨੂੰ ਲੈ ਕੇ ਹੁੰਦੇ ਸਨ ਕਿਉਂਕਿ ਉਹ ਬਹੁਤ ਗਰੀਬ ਸਨ। ਉਸ ਨੇ ਦੇਖਿਆ ਹੋਇਆ ਸੀ ਕਿ ਇੱਕ ਵਾਰ ਉਸ ਦੀ ਮਾਂ ਦਾ ਸਿਰ ਟਾਇਲਟ ਵਿੱਚ ਜਾ ਵੱਜਿਆ ਸੀ। ਮੈਂ ਸਮਝਿਆ ਉਸ ਨੇ ਉਸ ਨੂੰ ਮਾਰ ਦਿੱਤਾ ਹੈ, ਟਵੇਨ ਦੱਸਦੀ ਹੈ। ਮੈਂ ਸੱਚਮੁੱਚ ਸਮਝਿਆ ਕਿ ਉਹ ਬੇਹੋਸ਼ ਹੈ ਜਾਂ ਮਰ ਚੁੱਕੀ ਹੈ, ਜਾਂ ਇਹ ਕਿ ਉਸ ਨੇ ਉਸ ਦਾ ਸਿਰ ਫੇਰ ਦਿੱਤਾ ਹੈ ਅਤੇ ਹੁਣ ਉਹ ਕਦੇ ਵੀ ਬੇਹੋਸ਼ੀ 'ਚੋਂ ਬਾਹਰ ਨਹੀਂ ਆਵੇਗੀ। ਉਹ ਮਰੀ ਹੋਈ ਲੱਗ ਰਹੀ ਸੀ। ਇਸ ਲਈ ਮੈਂ ਸਦਮੇ ਅਤੇ ਸੱਚਮੁੱਚ ਇਹ ਯਕੀਨ ਕਰਨ ਦੇ ਅਨੁਭਵ 'ਚ ਗੁਜ਼ਰੀ ਕਿ ਉਸ ਸਮੇਂ ਮੇਰੀ ਮਾਂ ਦੀ ਮੌਤ ਹੋ ਚੁੱਕੀ ਹੈ। ਇਹ ਸੁਣ ਕੇ ਯਕੀਨ ਨਹੀਂ ਆਉਂਦਾ ਕਿ ਪਿਆਰ ਦੇ ਗੀਤ ਲਿਖਣ ਅਤੇ ਗਾਉਣ ਵਾਲੇ ਕਿਸੇ ਇਨਸਾਨ ਨੂੰ ਇੰਨੀ ਅੱਲੜ ਉਮਰੇ, ਇੰਨੀ ਡੂੰਘੀ ਦਿਲ ਪੀੜਾ 'ਚ ਗੁਜ਼ਰਨਾ ਪਿਆ ਸੀ। ਸ਼ਾਨੀਆ ਦਾ ਪਿਓ ਉਸ ਨੂੰ ਵੀ ਬਹੁਤ ਗਾਲ ਮੰਦਾ ਬੋਲਦਾ ਸੀ। 22 ਸਾਲ ਦੀ ਉਮਰ 'ਚ ਹੋਏ ਇੱਕ ਕਾਰ ਹਾਦਸੇ 'ਚ ਉਸ ਦੀ ਮਾਂ ਅਤੇ ਪਿਓ ਦੋਵੇਂ ਮਾਰੇ ਗਏ ਅਤੇ ਆਪਣੇ 4 ਮਾਂ ਜਾਇਆਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸ਼ਾਨੀਆ ਉੱਪਰ ਆ ਗਈ। ਉਹਨਾਂ ਦੀ ਦੇਖਭਾਲ ਲਈ ਉਹ ਸਖਤ ਮਿਹਨਤ ਕਰਦੀ ਸੀ
ਅਤੇ ਜਦੋਂ ਉਹਨਾਂ ਦੀ ਇੱਕ ਖਾਸ ਉਮਰ ਹੋ ਗਈ ਤਾਂ ਉਸ ਨੇ ਇੱਕ ਡੈਮੋ ਟੇਪ ਤਿਆਰ ਕੀਤੀ ਅਤੇ ਰਿਕਾਰਡ ਕੰਪਨੀ ਤੱਕ ਪਹੁੰਚ ਕੀਤੀ। ਬਾਕੀ ਇਤਿਹਾਸ ਹੈ। ਸ਼ਾਨੀਆ ਟਵੇਨ ਦੇ ਦੁਨੀਆ ਭਰ 'ਚ 10 ਕਰੋੜ ਰਿਕਾਰਡ ਵਿਕ ਚੁੱਕੇ ਹਨ ਅਤੇ ਇਸ ਨੇ ਉਸ ਨੂੰ ਸਰਬੋਤਮ ਵਿਕਰੀ ਕਰਨ ਵਾਲੀ ਔਰਤ ਸੰਗੀਤ ਸਟਾਰ ਬਣਾ ਦਿੱਤਾ ਹੈ ਅਤੇ ਉਹ ਹਮੇਸ਼ਾ ਸਭ ਤੋਂ ਵੱਧ ਵਿਕਣ ਵਾਲੇ ਸੰਗੀਤ ਕਲਾਕਾਰਾਂ ਵਿੱਚੋਂ ਇੱਕ ਹੈ। ਟਿਮਿਸ ਓਨਟਾਰੀਓ ਦੀ ਇੱਕ ਕੁੜੀ ਲਈ ਇਹ ਠੀਕ ਹੀ ਹੈ ਜਿਸ ਦਾ ਬਚਪਨ ਬੇਹੱਦ ਮੁਸ਼ਕਲਾਂ ਭਰਿਆ ਸੀ। ਜਦੋਂ ਤੁਹਾਡੇ ਕੋਲ ਮੌਕਾ ਹੈ ਤਾਂ ਤੁਹਾਡੇ ਕੋਲ ਜੋ ਕੁਝ ਹੋਵੇ ਉਹ ਇਸ 'ਚੋਂ ਲਾ ਦੇਣਾ ਸੱਚਮੁੱਚ ਮਹੱਤਵਪੂਰਨ ਹੈ। ਤੁਸੀਂ ਕਿਸ ਦੀ ਖਾਤਰ ਜੀ ਰਹੇ ਹੋ? ਅਸੀਂ ਹਮੇਸ਼ਾ ਇਸ ਨੂੰ ਲੈ ਕੇ ਚਿੰਤਤ ਰਹਿੰਦੇ ਹਾਂ ਕਿ ਜੇ ਅਸੀਂ ਆਪਣੀਆਂ ਜ਼ਿੰਦਗੀਆਂ 'ਚ ਤਬਦੀਲੀ ਲਿਆਉਣ ਦਾ ਫੈਸਲਾ ਕਰਦੇ ਹਾਂ ਤਾਂ ਸਾਡੇ ਮਿੱਤਰ, ਗੁਆਂਢੀ, ਪਰਿਵਾਰ ਦੇ ਮੈਂਬਰ ਜਾਂ ਸਾਡੇ ਨਾਲ ਕੰਮ ਕਰਨ ਵਾਲੇ ਲੋਕ ਕੀ ਸੋਚਣਗੇ। ਤੁਹਾਡੇ ਲਈ ਖਬਰ ਇਹ ਹੈ, ਜ਼ਿਆਦਾਤਰ ਲੋਕ ਆਪਣੇ ਆਪ 'ਚ ਇੰਨੇ ਮਗਨ ਹਨ ਕਿ ਤੁਹਾਡੇ ਵੱਲ ਬਹੁਤਾ ਧਿਆਨ ਦਿੰਦੇ ਹੀ ਨਹੀਂ। ਅਸੀਂ ਜ਼ਿਆਦਾਤਰ ਸਮਾਂ ਲੋਕਾਂ ਅਤੇ ਉਹਨਾਂ ਦੀ ਮਨਜ਼ੂਰੀ ਨਾਲ ਜ਼ਿੰਦਗੀ ਜਿਉਣ ਬਾਰੇ ਸੋਚਦਿਆਂ ਗੁਜ਼ਾਰਦੇ ਹਾਂ ਅਤੇ ਇਸ ਨੂੰ ਬਦਲਣ ਦੀ ਲੋੜ ਹੈ। ਮੇਰੀ ਜ਼ਿੰਦਗੀ ਇਸ ਤਰ੍ਹਾਂ ਬਦਲੀ। ਇੱਕ ਦਿਨ ਮੈਂ ਸੋਚਿਆ ਕਿ ਮੈਂ ਆਪਣੀ ਜ਼ਿੰਦਗੀ ਦੂਜਿਆਂ ਦੀ ਮਨਜ਼ੂਰੀ ਅਨੁਸਾਰ ਜਿਉਣੀ ਕਿਉਂ ਜਾਰੀ ਰੱਖਾਂ। ਮੈਂ ਮਹਿਸੂਸ ਕੀਤਾ ਕਿ ਮੈਂ ਦੂਜਿਆਂ ਦੀ ਖਾਤਰ ਸੋਚਦਿਆਂ ਬਹੁਤ ਜ਼ਿਆਦਾ ਤਾਕਤ ਅਜਾਈਂ ਗਵਾ ਰਿਹਾ ਹਾਂ, ਬਜਾਏ ਇਸ ਦੇ ਕਿ ਆਪਣਾ ਧਿਆਨ ਮੁੜ ਆਪਣੇ ਉੱਪਰ ਅਤੇ ਜੋ ਮੈਂ ਕਰਨਾ ਚਾਹਿਆ ਸੀ ਉਸ ਉੱਪਰ ਕੇਂਦਰਿਤ ਕਰਾਂ। ਮੈਨੂੰ ਅਹਿਸਾਸ ਹੋਇਆ ਜਿਸ ਬਾਰੇ ਮੈਂ ਕਲਪਨਾ ਕੀਤੀ ਸੀ ਅਤੇ ਸੁਪਨਾ ਦੇਖਿਆ ਸੀ ਤਾਂ ਮੈਨੂੰ ਇਹ ਕੰਮ ਕਰਨ ਵਾਲਾ ਅਤੇ ਆਪਣੇ ਆਪ ਨੂੰ ਇਸ ਸਥਿਤੀ 'ਚ ਰੱਖਣ ਵਾਲਾ ਪਹਿਲਾ ਵਿਅਕਤੀ ਬਣਨਾ ਹੋਵੇਗਾ। ਉਸ ਦਿਨ ਤੋਂ ਮੈਨੂੰ ਦੂਜਿਆਂ ਦਾ ਵਧੇਰੇ ਸਤਿਕਾਰ ਮਿਲਣਾ ਸ਼ੁਰੂ ਹੋ ਗਿਆ। ਜਿਨ੍ਹਾਂ ਲੋਕਾਂ ਬਾਰੇ ਮੈਂ ਚਿੰਤਤ ਸੀ ਕਿ ਉਹ ਮੇਰੀ ਨੁਕਤਾਚੀਨੀ ਕਰਨਗੇ, ਉਹ ਮੇਰੇ ਕੋਲ ਆ ਕੇ ਮੈਨੂੰ ਕਹਿ ਰਹੇ ਸਨ ਕਿ ਉਹਨਾਂ ਨੂੰ ਮੇਰੇ ਉੱਪਰ ਮਾਣ ਹੈ ਅਤੇ ਮੈਂ ਉਹਨਾਂ ਲਈ ਪ੍ਰੇਰਨਾ ਬਣਿਆ ਹਾਂ। ਕਿਸੇ ਨੂੰ ਵੀ ਜਾਰਜ ਲੁਕਾਸ ਦੀ ਕਹਾਣੀ ਉੱਪਰ ਯਕੀਨ ਨਹੀਂ ਆਉਂਦਾ। ਐਕਟਰ ਅਤੇ ਫਿਲਮ ਦੀ ਟੋਲੀ ਉਸ ਨਾਲ ਬੁਰੀ ਤਰ੍ਹਾਂ ਪੇਸ਼ ਆਉਂਦੀ ਸੀ ਅਤੇ ਉਹ ਸਟਾਰ ਵਾਰਸ ਸਭ ਤੋਂ ਵੱਡੀਆਂ ਫਿਲਮਾਂ ਵਿੱਚੋਂ ਹੈ ਜਿਸ ਦੀਆਂ ਫਰੈਂਚਾਈਜ਼ੀਜ਼ ਦੁਨੀਆ ਭਰ ਵਿੱਚ ਹਨ। ਲੋਕ ਸੋਚਦੇ ਸਨ ਕਿ ਲੁਕਾਸ ਦਾ ਦਿਮਾਗ ਖਰਾਬ ਹੋ ਗਿਆ ਹੈ। ਉਸ ਦੇ ਆਲੇ ਦੁਆਲੇ ਦੇ ਹਰ ਵਿਅਕਤੀ ਨੂੰ ਉਸ ਦੇ ਸੁਪਨੇ ਅਸੰਭਵ ਅਤੇ ਬਹੁਤ ਜ਼ਿਆਦਾ ਜਨੂਨੀ ਜਾਪਦੇ ਸਨ, ਪਰ ਤੁਹਾਨੂੰ ਕਿਸੇ ਮੁਕਾਮ 'ਤੇ ਇਸੇ ਤਰ੍ਹਾਂ ਦੀ ਸੋਚ ਪਹੁੰਚਾਉਂਦੀ ਹੈ। ਤੁਹਾਨੂੰ ਕੁਝ ਵੀ ਅਸਾਧਾਰਨ ਸਿਰਜਣ ਲਈ ਬੰਦ ਦਾਇਰੇ ਤੋਂ ਬਾਹਰ ਜਾ ਕੇ, ਬਾਕਾਇਦਗੀ ਵਾਲੀ ਸੋਚ ਦੇ ਖੇਤਰ ਤੋਂ ਬਾਹਰ ਜਾ ਕੇ ਸੋਚਣ ਦੀ ਲੋੜ ਹੈ। ਕੋਸ਼ਿਸ਼ ਨਾ ਕਰੋ, ਕਰੋ ਜਾਂ ਨਾ ਕਰੋ, ਕੋਸ਼ਿਸ਼ ਨਾਲ ਕੰਮ ਨਹੀਂ ਚੱਲੇਗਾ। ਜਾਰਜ ਲੁਕਾਸ ਦਾ ਕਹਿਣਾ ਹੈ। ਅਭਿਆਸ ਯਾਨੀ ਕਿ ਪ੍ਰੈਕਟਿਸ। ਤੁਹਾਡੀ ਜ਼ਿੰਦਗੀ ਵਿੱਚ ਜੋ ਹੈ ਉਸ ਦਾ ਸ਼ੁਕਰਗੁਜ਼ਾਰ ਹੋਣ ਲਈ ਰੋਜ਼ਾਨਾ ਸਮਾਂ ਕੱਢੋ। ਨਿਰਾ ਜਿਉਂਦਾ ਅਤੇ ਤੰਦਰੁਸਤ ਰਹਿਣਾ ਸ਼ਾਨਦਾਰ ਤੋਹਫਾ ਹੈ। ਇਸ ਤੋਂ ਵਧੇਰੇ ਹਰ ਚੀਜ਼ ਸੋਨੇ 'ਤੇ ਸੁਹਾਗਾ ਹੈ। ਜੋ ਕੁਝ ਤੁਹਾਡੇ ਕੋਲ ਹੈ ਉਸ ਦੀ ਤਾਰੀਫ ਕਰੋ ਅਤੇ ਤੁਹਾਡੇ 'ਚੋਂ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਲਈ ਨਵੀਂ ਤਾਕਤ ਆਵੇਗੀ। ਨੈਲਸਨ ਮੰਡੇਲਾ ਦਾ ਕਹਿਣਾ ਹੈ, ਮਾਮੂਲੀ ਖੇਡ ਖੇਡਣ ਲਈ ਕੌਣ ਜਨੂੰਨ ਦਿਖਾਉਂਦਾ ਹੈ? ਐਸੀ ਜ਼ਿੰਦਗੀ ਗੁਜ਼ਾਰਨ ਦਾ ਜੋ ਉਸ ਤੋਂ ਊਣੀ ਹੋਵੇ ਜੋ ਤੁਸੀਂ ਜਿਉਣ ਦੇ ਕਾਬਲ ਹੋ। ਧੰਨਵਾਦ। ਥੈਂਕ ਯੂ।